ਤੁਸੀਂ ਅਗਰ ਉਹ 10 ਕਰੋੜ ਰੁਪਏ ਤੁਸੀਂ ਦੁਬਈ ਇਨਵੈਸਟ ਕਰਦੇ ਹੋ ਤੁਹਾਨੂੰ ਡੇ 1 ਦੇ ਤੁਹਾਨੂੰ 8% ਤੋਂ ਲੈ ਕੇ 15% ਰਿਟਰਨ ਲੱਗ ਜਾਂਦਾ। ਤੁਹਾਨੂੰ ਸੇਫਟੀ 100% ਮਿਲੇਗੀ ਐਂਡ ਸਿਕਿਉਰਿਟੀ ਮਿਲੇਗੀ ਤੇ ਨਾਲ ਹਾਈ ਰਿਟਰਨ ਮਿਲेंगे ਨਾਲ ਉੱਥੇ ਅਪਰੀਸੀਏਸ਼ਨ 3-4 ਸਾਲ ਦੇ ਬਾਅਦ would be 50% ਅਪਰੀਸੀਏਸ਼ਨ ਆਫ ਦਾ ਪ੍ਰਾਪਰਟੀ ਤੇ ਨੈਚੁਰਲੀ ਰਿਟਰਨ ਵੀ ਹੈ ਨਾਲ ਅਪਰੀਸੀਏਸ਼ਨ ਵੀ ਹੈ। ਹੁਣ ਇਸ ਵੇਲੇ ਬਹੁਤ ਲੋਕੀ ਸ਼ਿਫਟ ਹੋ ਰਹੇ ਨੇ ਉੱਥੇ ਦੋ ਵਜ੍ਹਾ ਨੇ। ਇੱਕ ਤੇ ਪੂਰੇ ਵਰਲਡ 'ਚ ਟੈਕਸੇਸ਼ਨ ਬਹੁਤ ਜ਼ਿਆਦਾ ਹਾਈ ਹੋ ਗਈ ਹੈ। ਲੋਕੀ ਜਿਹੜੇ NRI ਤੁਹਾਨੂੰ ਦੱਸ ਰਹੇ ਜਿਹੜੇ NRI ਮਤਲਬ ਇੰਡੀਅਨ ਭਰਾ ਜਿਹੜੇ ਕੈਨੇਡਾ ਜਾਂ UK ਵਸੇ ਹੋਏ ਨੇ ਉਹ ਆਪਣੀ ਇਨਵੈਸਟਮੈਂਟ ਉੱਥੋਂ ਨਿਕਾਲ ਕੇ ਇੱਥੇ ਕਰ ਰਹੇ ਨੇ ਕਿਉਂਕਿ ਇੱਥੇ ਫ੍ਰੀ ਇਨਕਮ ਟੈਕਸ ਫ੍ਰੀ। ਦੁਬਈ, ਜੀ ਹਾਂ, ਡ੍ਰੀਮ ਦੁਬਈ, ਸੁਪਨਿਆਂ ਦਾ ਸ਼ਹਿਰ ਦੁਬਈ, ਉੱਚੀਆਂ ਬਿਲਡਿੰਗਾਂ ਦਾ ਸ਼ਹਿਰ ਦੁਬਈ। ਸੋ ਗੱਲਬਾਤ ਕਰਦੇ ਹਾਂ ਅੱਜ ਰੀਅਲ ਸਟੇਟ ਵਾਲੇ ਦੁਬਈ ਦੇ ਵਿੱਚ ਤੁਹਾਡੇ ਵਾਸਤੇ ਕੀ ਕੁਝ ਲੈ ਕੇ ਆਏ ਨੇ। ਜੀ ਹਾਂ, ਲੁਧਿਆਣੇ ਦੇ ਵਿੱਚ ਰੀਅਲ ਸਟੇਟ ਨੂੰ ਲੈ ਕੇ ਹੁਣ ਬੂਮ ਆ ਰਿਹਾ ਹੈ। ਲੋਕ ਹੁਣ ਦੁਬਈ 'ਚ ਪ੍ਰੋਪਰਟੀਜ਼ ਪ੍ਰਾਈਸ ਜਿਹੜੇ ਹੈਗੇ ਨੇ ਵੱਧ ਰਹੇ ਆ। ਸੋ ਹੁਣ ਉੱਥੇ ਇਨਵੈਸਟਮੈਂਟ ਕਰ ਰਹੇ ਆ। ਕਿਉਂ ਕਰ ਰਹੇ ਆ, ਕੀ ਸੋਚ ਇਹਦੇ ਪਿੱਛੇ ਹੈ ਤੇ ਕੀ ਬੈਨੀਫਿਟ, ਕੀ ਅਪਰੇਜ਼ਲਸ ਆਉਣ ਵਾਲੇ ਟਾਈਮ 'ਚ ਮਿਲਣਗੇ। ਗੱਲਬਾਤ ਕਰਦੇ ਹਾਂ। ਸਿੰਘ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਸਤਬੀਰ ਸਿੰਘ ਸਦੇਵਾ। ਪੈਸੇ ਲਾਉਣੇ ਸਦੇਵਾ ਸਾਹਿਬ ਲੋਕਾਂ ਨੇ ਤਾਂ ਦੁਬਈ ਦੇ ਵਿੱਚ ਹੀ ਕਿਉਂ ਲਾਉਣੇ? ਸਰ ਬੇਸਿਕਲੀ ਇੱਕ ਤਾਂ ਰੈਂਟਲ ਬੜੀ ਅੱਛੀ ਹੈ, ਦੂਜਾ ਤੁਹਾਨੂੰ ਸੇਫਟੀ ਵਾਈਜ਼ ਅਸੀਂ ਇੱਥੇ ਬੈਠੇ ਲੋਕਲ ਵੀ ਤੁਹਾਡੇ ਕੋਲ ਹਰ ਬੰਦਾ ਥੋੜਾ ਘਬਰਾਉਂਦਾ ਹੈ ਪੈਸੇ ਲਗਾਉਣ ਵਾਸਤੇ ਤੇ ਅਸੀਂ ਤੁਹਾਡੇ ਕੋਲ ਲੋਕਲ ਵੀ ਬੈਠੇ ਇੱਥੇ ਨਾਲ ਦੁਬਈ ਵੀ ਬੈਠੇ ਤੇ ਥੋੜਾ ਮੇਨਟੇਨੈਂਸ ਵੀ ਅਸੀਂ ਕਰ ਲਾਂਗੇ ਤੇ ਇਹਦੇ ਵਾਸਤੇ ਅਸੀਂ ਇੱਥੇ ਤੁਹਾਡੇ ਮਾਧਿਅਮ ਤੋਂ ਕੱਲ 15-16 ਇੱਥੇ ਜੁਲਾਈ ਆਏ ਹੋਏ ਇੱਥੇ ਅਸੀਂ ਤੁਹਾਡੇ ਕੋਲ ਕਿ ਤੁਸੀਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਜਦੋਂ ਮਰਜ਼ੀ ਆਓ ਸਾਡੇ ਕੋਲ। ਤੁਹਾਡੇ ਜਿੰਨੇ ਵੀ ਸਵਾਲ ਹੈ ਕੈਨੇਡਾ ਨਾਲ ਕੰਪੇਅਰ ਕਰਨਾ ਹੈ ਕਿਸੇ ਹੋਰ ਸ਼ਹਿਰ ਨਾਲ ਕੰਪੇਅਰ, ਹਰ ਸਵਾਲ ਦਾ ਜਵਾਬ ਹੈ ਸਾਡੇ ਕੋਲ। ਲੇਕਿਨ ਇੱਥੇ ਆਓ, ਤੁਹਾਡੀ ਇਨਵੈਸਟਮੈਂਟ ਵਾਸਤੇ 8 ਤੋਂ 15% ਦਾ ਰਿਟਰਨ ਹੈ ਸਾਡੇ ਕੋਲ। ਸਿੰਘ ਸਾਹਿਬ ਕੀ ਕੁਝ ਹੁਣ ਦੁਬਈ ਲੈ ਕੇ ਆਇਆ ਹੋਇਆ ਕਿਉਂਕਿ ਇੱਕ ਡ੍ਰੀਮ ਸਿਟੀ ਹੈ ਦੁਬਈ। ਕਿਵੇਂ ਬੰਦੇ ਆਪਣੇ ਹਾਰਡ ਮਨੀ ਉੱਥੇ ਆਪਣੇ ਇਨਵੈਸਟ ਕਰਨ ਤੇ ਉੱਥੇ ਆਉਣ ਵਾਲੇ ਟਾਈਮ 'ਚ ਕੁਝ ਫਾਇਦਾ ਖੱਟ ਸਕਦੇ? ਬੇਸਿਕਲੀ ਮੈਂ ਸਾਰੇ ਸਭ ਨੂੰ ਕਹਿਣਾ ਚਾਹੁੰਦਾ ਕਿ ਸਪੈਸ਼ਲੀ ਪੰਜਾਬ ਆਪਣਾ ਸ਼ਹਿਰ ਹੈ ਜਿੱਥੇ ਮਨੀ ਇਜ਼ ਬੀਨ ਅਰਨਡ ਫਰੋਮ ਦ ਡਾਊਨਗ੍ਰੇਡਡ, ਮਤਲਬ ਥੱਲੇ ਤੋਂ ਕਮਾਇਆ ਹੋਇਆ ਤੇ ਸਾਡੇ ਕੋਲ ਆਓਗੇ ਤੇ ਸੇਫਟੀ ਜ਼ਰੂਰ ਮਿਲੇਗੀ ਕਿਉਂਕਿ ਅਸੀਂ ਆਲਰੇਡੀ ਪ੍ਰੋਪਰਟੀ ਵਿੱਚ ਇੰਡੀਆ ਵਿੱਚ ਕੰਮ ਕਰ ਰਹੇ 14 ਸਾਲ ਤੋਂ, ਹੁਣ ਦੁਬਈ ਵੀ ਕੰਮ ਕਰ ਰਹੇ ਫਰੋਮ 14 ਇਅਰਸ ਤੇ ਤੁਹਾਨੂੰ ਸੇਫਟੀ 100% ਮਿਲੇਗੀ ਐਂਡ ਸਿਕਿਉਰਿਟੀ ਮਿਲੇਗੀ ਤੇ ਨਾਲ ਹਾਈ ਰਿਟਰਨ ਮਿਲेंगे ਨਾਲ ਉੱਥੇ ਅਪਰੀਸੀਏਸ਼ਨ 3-4 ਸਾਲ ਦੇ ਬਾਅਦ would be 50% ਅਪਰੀਸੀਏਸ਼ਨ ਆਫ ਦਾ ਪ੍ਰਾਪਰਟੀ ਤੇ ਨੈਚੁਰਲੀ ਰਿਟਰਨ ਵੀ ਹੈ ਨਾਲ ਅਪਰੀਸੀਏਸ਼ਨ ਵੀ ਹੈ। ਸੋ ਨਾਲ ਹੋਰ ਕੁਝ ਗੱਲਬਾਤ ਕਰਾਂਗੇ ਵੀ ਆਪਣੇ ਦੁਬਈ ਦੇ ਵਿੱਚ ਪ੍ਰੋਪਰਟੀਜ਼ ਬਾਏ ਕਰਕੇ ਤੁਸੀਂ ਐਂਡ ਯੂਜ਼ਰ ਬਣਨਾ ਹੈ, ਤੁਸੀਂ ਇਨਵੈਸਟਰ ਬਣਨਾ ਹੈ। ਸਿੰਘ ਸਾਹਿਬ ਕਿਸ ਚੀਜ਼ ਨੂੰ ਸੋਚ ਕੇ ਮੱਦੇ ਨਜ਼ਰ ਬੰਦਾ ਪੈਸੇ ਦੁਬਈ ਚ ਲਾਵੇ ਕਿ ਆਪ ਰਹਿਣਾ ਹੈ, ਉੱਥੋਂ ਦੀ ਰਿਟਰਨ ਔਨ ਇਨਵੈਸਟਮੈਂਟ ਕਮਾਉਣਾ ਹੈ, ਅਪਰੇਜ਼ਲਸ ਲੈਣੀ ਹੈ? ਕੀ ਕੁਝ ਦਿਮਾਗ 'ਚ ਪੁਆਇੰਟ ਇੱਕ ਆਮ ਇਨਸਾਨ ਦੇ ਹੁੰਦੇ ਨੇ ਜਦੋਂ ਆਪਣੀ ਹਾਰਡ ਐਂਡ ਮਨੀ ਕਿਤੇ ਇਨਵੈਸਟ ਕਰਦਾ ਹੈ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਜੀਤ ਸਿੰਘ ਹੈ, ਨਿਕਨੇਮ ਜੇਮਸ ਹੈ। ਨਾਓ ਦੋ ਚੀਜ਼ਾਂ ਤੁਸੀਂ ਪੁੱਛੀਆਂ ਕਿ ਕਿਉਂ ਇਨਵੈਸਟ ਕਰੇ ਔਰ ਰਹਿਣ ਵਾਸਤੇ ਕਰੇ ਜਾਂ ਫਿਰ ਇਨਵੈਸਟਮੈਂਟ ਕਰੇ। ਠੀਕ ਹੈ, ਦੇਖੋ ਜੀ ਦੋ ਤਰੀਕੇ। ਇੱਕ ਹੁੰਦਾ ਬੰਦੇ ਨੂੰ ਕਿ ਸ਼ੌਂਕ ਹੁੰਦਾ ਕਿ ਇੱਕ ਲਾਈਫ ਸਟਾਈਲ ਜੀਣਾ ਹੈ ਬੰਦੇ ਨੇ। ਅਗਰ ਜੇ ਤੁਸੀਂ ਲਾਈਫ ਸਟਾਈਲ ਜੀਣਾ ਚਾਹੁੰਦੇ ਹੋ ਆਫ ਕੋਰਸ ਤੁਸੀਂ ਜਾ ਕੇ ਉੱਥੇ ਸ਼ਿਫਟ ਕਰੋ, ਆਪਣਾ ਘਰ ਬਣਾਓ ਤੇ ਰਹੋ ਉੱਥੇ। ਦੋਨੋਂ ਚੀਜ਼ਾਂ ਵਾਸਤੇ ਬਹੁਤ ਅੱਛੀ ਚੀਜ਼ ਹੈ ਔਰ ਸਭ ਤੋਂ ਅੱਛੀ ਰਿਟਰਨ ਇਸ ਵੇਲੇ ਦੁਬਈ ਦੇ ਰਿਹਾ ਹੈ। ਮੈਂ ਇੱਕ ਐਗਜ਼ਾਮਪਲ ਦੇਣਾ ਤੁਹਾਨੂੰ। ਫੋਰ ਐਗਜ਼ਾਮਪਲ ਤੁਸੀਂ 2 ਕਰੋੜ ਦੀ ਪ੍ਰਾਪਰਟੀ ਆਪਣਾ ਲੁਧਿਆਣੇ ਲੈਂਦੇ ਹੋ, ਕੀ ਰੈਂਟਲ ਆਉਂਦਾ? ਮੈਂ ਤੁਹਾਨੂੰ ਪੁੱਛਦਾ ਕੀ ਰੈਂਟਲ ਆਉਂਦਾ? ਨਾਰਮਲੀ 15,000 20,000। ਮੈਂ ਕਹਿ ਰਿਹਾ 30,000 ਆ ਜਾਏਗਾ, ਖਿੱਚ ਕੇ 30,000 ਰੁਪਏ ਆ ਜਾਏਗਾ। ਉੱਥੇ ਮੈਂ ਜੇ ਤੁਹਾਨੂੰ ਕਹਾਂ ਕਿ 1,25,000 ਮਹੀਨੇ ਦਾ ਕਿਰਾਇਆ ਲੈ ਕੇ ਦੇਵਾਂ 2 ਕਰੋੜ ਦੀ ਪ੍ਰਾਪਰਟੀ ਦੇ, ਤੁਸੀਂ ਇਨਵੈਸਟ ਕਰੋਗੇ ਕਿ ਨਹੀਂ ਕਰੋਗੇ? ਬਿਲਕੁਲ ਕਰਾਂਗੇ ਜੀ। ਤੇ ਦਿਸ ਇਜ਼ ਵਾਟ ਇਟ ਇਜ਼। ਔਰ ਉਸ ਦੇ ਉੱਪਰ ਤੁਸੀਂ ਕੋਈ ਨਾ ਇਨਕਮ ਟੈਕਸ ਦੇਣਾ ਹੈ ਨਾ ਕੋਈ ਪ੍ਰੋਪਰਟੀ ਗੇਨ ਟੈਕਸ ਦੇਣਾ ਹੈ। ਆਪਣੇ ਇੰਡੀਆ ਗੇਨ ਤੁਸੀਂ ਪ੍ਰਾਪਰਟੀ ਦਾ ਵੇਚਦੇ ਹੋ ਤੁਸੀਂ ਉਹਦੇ ਉੱਪਰ ਗੇਨ ਜਿਹੜਾ ਲੱਗਦਾ ਉਹ ਵੀ ਉਹਦੇ ਉੱਪਰ ਵੀ ਟੈਕਸ ਲੱਗਦਾ ਹੈ। ਤੁਸੀਂ ਹਰ ਮਹੀਨੇ ਜਿਹੜੀ ਇਨਕਮ ਕਮਾਉਂਦੇ ਹੋ ਉਸ 'ਤੇ ਵੀ ਟੈਕਸ ਲੱਗਦਾ। ਉੱਥੇ ਨਾ ਕੋਈ ਪ੍ਰੋਪਰਟੀ ਗੇਨ ਹੈ ਨਾ ਕੋਈ ਇਨਕਮ ਟੈਕਸ ਹੈ। ਤੁਸੀਂ ਔਰ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਪ੍ਰਾਪਰਟੀ ਇਨਵੈਸਟ ਕਰ ਰਹੇ ਹੋ ਫ੍ਰੀ ਹੋਲ ਪ੍ਰਾਪਰਟੀ ਹੈ। ਸਭ ਤੋਂ ਵੱਡੀ ਪ੍ਰੋਬਲਮ ਲੋਕਾਂ ਦੇ ਦਿਮਾਗ 'ਚ ਇਹ ਧਾਰਨਾ ਹੈ ਕਿ ਉੱਥੇ ਫ੍ਰੀ ਹੋਲ ਪ੍ਰਾਪਰਟੀ ਮਿਲ ਹੀ ਨਹੀਂ ਸਕਦੀ। ਅਗਰ ਮੈਂ ਉੱਥੇ ਜਿਹੜਾ ਇਨਵੈਸਟਮੈਂਟ ਕਰੇਗਾ ਉੱਥੇ ਰਹੇਗਾ ਤਾਂ ਨਹੀਂ ਰਹੇਗਾ ਆਪਣੀ ਕੰਟਰੀ ਇੰਡੀਆ। ਹੁਣ ਲੋਕੀ ਆਪਣੇ ਇੰਡੀਆ ਦੇ ਵਿੱਚ ਲੋਕੀ 10-10 ਕਰੋੜ ਦੀ ਇਨਵੈਸਟਮੈਂਟ ਪ੍ਰੋਪਰਟੀ ਕਰਕੇ ਬੈਠੇ ਹੋਏ ਨੇ ਲੇਕਿਨ ਉਹਦੇ ਕੋਈ ਰਿਟਰਨ ਨਹੀਂ ਹੈ। ਜ਼ਮੀਨਾਂ ਲੈ ਲੀਆਂ, ਚਲੋ ਜੀ ਵੱਧ ਜਾਏਗਾ, ਜਦੋਂ ਵੱਧੇਗਾ ਆਪਣੀ ਜਿਹੜੀ ਜੂਨ ਹੈ ਉਹ ਤਾਂ ਨਿਕਲ ਗਈ। ਜਿਹੜੀ ਅਗਲੇ ਬੱਚੇ ਆਏ ਉਹ ਆਣਗੇ ਤੇ ਉਹ ਕੀ ਕਰਨਗੇ? ਲੇਕਿਨ ਤੁਸੀਂ ਅਗਰ ਉਹ 10 ਕਰੋੜ ਰੁਪਏ ਤੁਸੀਂ ਦੁਬਈ ਇਨਵੈਸਟ ਕਰਦੇ ਹੋ ਤੁਹਾਨੂੰ ਡੇ 1 ਦੇ ਤੁਹਾਨੂੰ 8% ਤੋਂ ਲੈ ਕੇ 15% ਰਿਟਰਨ ਲੱਗ ਜਾਣਾ। ਤੇ ਗੱਲਾਂ ਹੁੰਦੀਆਂ ਨੇ UAE ਦਾ 골ਡਨ ਵੀਜ਼ਾ 10 ਸਾਲ ਵਾਲਾ, ਹਾਂਜੀ। ਉਹਦੇ ਵਾਸਤੇ ਮਿਨੀ ਇਨਵੈਸਟਮੈਂਟ ਕਿੰਨੀ ਹੈ? 2 ਕਰੋੜ 3 ਕਰੋੜ 4 ਕਰੋੜ 4 ਕਰੋੜ 4 ਕਰੋੜ INR 4 ਕਰੋੜ INR 4 ਕਰੋੜ। ਠੀਕ ਹੈ।
ਤੇ 4 ਕਰੋੜ ਇਨਵੈਸਟਮੈਂਟ ਕਰਕੇ ਫਿਰ ਕਿਵੇਂ ਪ੍ਰੋਸੀਜਰ ਹੁੰਦਾ ਵਾ ਵੀ 골ਡਨ ਤੁਸੀਂ 4 ਕਰੋੜ ਰੁਪਏ ਜਦੋਂ ਇਨਵੈਸਟ ਕਰਤਾ ਪ੍ਰਾਪਰਟੀ ਦੇ ਵਿੱਚ ਉਹ ਡਾਕੂਮੈਂਟੇਸ਼ਨ ਤੁਹਾਡੇ ਨਾਮ 'ਤੇ ਪ੍ਰਾਪਰਟੀ ਹੋ ਗਈ, ਉਹ ਪ੍ਰਾਪਰਟੀ ਰਜਿਸਟਰੀ ਆ ਗਈ, ਉਹ ਤੁਹਾਡਾ ਪ੍ਰੂਫ ਹੋ ਗਿਆ ਤੁਸੀਂ 4 ਕਰੋੜ ਰੁਪਏ ਇਨਵੈਸਟ ਕਰਤਾ। ਉਹਦੇ ਬੇਸ ਤੇ ਡਾਕੂਮੈਂਟ ਅਸੀਂ ਅਪਲਾਈ ਕਰਦੇ ਹਾਂ ਗਵਰਨਮੈਂਟ ਦੇ ਵਿੱਚ। ਗਵਰਨਮੈਂਟ ਦੀ ਸਕੀਮ ਹੈ, ਸਾਡੀ ਸਕੀਮ ਨਹੀਂ ਹੈ, ਇਹ ਗਵਰਨਮੈਂਟ ਦੀ ਦੁਬਈ। ਮੇਰਾ ਸਵਾਲ ਹੈ ਕਿ ਜਦੋਂ ਆਪਾਂ ਇਨੀਸ਼ੀਅਲੀ 10-20% ਦਿੰਨੇ ਆ ਹਾਂ। ਉਸ ਤੋਂ ਬਾਅਦ 골ਡਨ ਵੀਜ਼ਾ ਲੈ ਸਕਦੇ ਹਾਂ ਕਿ ਨਹੀਂ, ਪੇਮੈਂਟ ਪੂਰੀ ਪੇਮੈਂਟ ਕਰਾਂਗੇ, ਕੋਈ ਗਲਤ ਝੂਠ ਨਹੀਂ ਬੋਲਾਂਗਾ। ਲੋਕੀ ਮਾਰਕੀਟ ਵਿੱਚ ਝੂਠ ਬੋਲਦੇ ਨੇ, ਨਹੀਂ ਤੁਸੀਂ 4 ਕਰੋੜ ਜਦੋਂ ਪੂਰਾ ਇਨਵੈਸਟ ਕਰੋਗੇ ਉਸ ਤੋਂ ਬਾਅਦ ਤੁਸੀਂ ਐਲੀਜੀਬਲ ਹੁੰਦੇ ਹੋ। ਲੇਕਿਨ ਉਸ ਤੋਂ ਪਹਿਲੇ ਤੁਹਾਨੂੰ ਇੱਕ ਇਨਵੈਸਟਰ ਵੀਜ਼ਾ ਜਾਂ 2 ਸਾਲ ਦਾ ਵੀਜ਼ਾ ਵੈਸੇ ਵੀ ਮਿਲ ਜਾਂਦਾ ਹੈ ਤੁਹਾਨੂੰ, ਮਤਲਬ ਉਹ ਵੀਜ਼ਾ ਤੁਹਾਨੂੰ 10 ਸਾਲ ਦਾ ਮਿਲਦਾ ਹੈ। ਜਿਵੇਂ ਤੁਸੀਂ ਪ੍ਰਾਪਰਟੀ ਲਿੱਤੀ, ਤੁਸੀਂ ਪੂਰੀ ਪੇਮੈਂਟ ਕਰਤੀ ਤੇ ਤੁਸੀਂ 4 ਕਰੋੜ ਪੂਰੀ ਪੇਮੈਂਟ ਕਰਤੀ, ਤੁਹਾਨੂੰ ਵੀਜ਼ਾ ਮਿਲ ਗਿਆ, ਤੁਸੀਂ ਆਪਣੀ ਪੂਰੀ ਫੈਮਿਲੀ ਨੂੰ ਸਪਾਂਸਰ ਕਰ ਸਕਦੇ ਹੋ, ਪੂਰੀ ਫੈਮਿਲੀ ਨੂੰ 10 ਸਾਲ ਦਾ ਵੀਜ਼ਾ ਮਿਲਦਾ। ਔਰ ਇਹ ਵੀ ਇੱਕ ਧਾਰਨਾ ਹੈਗੀ ਹੈ ਕਿ ਉੱਥੇ ਰਿਨਿਊ ਉਸ 10 ਸਾਲ ਬਾਅਦ ਕੀ ਹੋਏਗਾ। ਉੱਥੇ ਕੋਈ ਗਵਰਨਮੈਂਟ ਕੁਝ ਨਹੀਂ ਪੁੱਛਦੀ, ਉਹਨਾਂ ਨੇ ਸਿਰਫ ਇਹ ਕਹਿਣਾ ਕਿ ਤੁਸੀਂ ਪੈਸੇ ਭਰੋ, ਜੋ ਫੀਸ ਹੈ ਰਿਨਿਊ ਕਰਾਓ, ਰਹੀ ਜਾਓ। ਲੋਕੀ ਉੱਥੇ 50-50 ਸਾਲ ਤੋਂ ਰਹਿ ਰਹੇ ਨੇ। ਮੈਂ ਉੱਥੇ ਪੈਦਾ ਹੋਇਆ, ਆਈ ਵਾਸ ਬੋਰਨ देयर, ਠੀਕ ਹੈ ਨਾ। ਤੇ ਅੱਜ ਮੈਨੂੰ ਵੀ ਕੋਈ ਸਿਟੀਜ਼ਨਸ਼ਿਪ ਨਹੀਂ ਦਿੱਤੀ ਉਹਨਾਂ ਨੇ, ਲੇਕਿਨ ਕੁਝ ਨਹੀਂ ਹੈ, ਤੁਸੀਂ ਫੀਸ ਭਰੋ, ਚੱਲਦੇ ਰਹੋ। ਦੁਨੀਆ ਰਹਿ ਰਹੀ ਹੈ, ਉਹ ਸਭ ਨੂੰ ਪਤਾ ਉੱਥੇ ਲੋਕੀ 100 ਸਾਲ ਤੱਕ ਰਹਿ ਰਹੇ ਨੇ, ਦੁਨੀਆ ਉੱਥੇ ਵਸੀ ਪਈ ਹੈ, ਪੁਸ਼ਤਾ ਹੋ ਗਿਆ ਲੋਕਾਂ ਨੇ। ਇੱਕ ਦੇਸ਼ ਤੋਂ ਲੋਕ ਆ ਕੇ ਰਹਿ ਰਹੇ ਹਾਂ। ਔਰ ਦੇਖੋ ਹੁਣ ਇਸ ਵੇਲੇ ਬਹੁਤ ਲੋਕੀ ਸ਼ਿਫਟ ਹੋ ਰਹੇ ਨੇ ਉੱਥੇ। 2 ਵਜ੍ਹਾ ਨੇ, ਇੱਕ ਤੇ ਪੂਰੇ ਵਰਲਡ ਵਿੱਚ ਟੈਕਸੇਸ਼ਨ ਬਹੁਤ ਜ਼ਿਆਦਾ ਹਾਈ ਹੋ ਗਈ ਹੈ। ਲੋਕੀ ਜਿਹੜੇ NRI ਤੁਹਾਨੂੰ ਦੱਸ ਰਹੇ, ਜਿਹੜੇ NRI ਮਤਲਬ ਇੰਡੀਅਨ ਭਰਾ ਜਿਹੜੇ ਕੈਨੇਡਾ ਜਾਂ UK ਵਸੇ ਹੋਏ ਨੇ, ਉਹ ਆਪਣੀ ਇਨਵੈਸਟਮੈਂਟ ਉੱਥੋਂ ਨਿਕਾਲ ਕੇ ਇੱਥੇ ਕਰ ਰਹੇ ਨੇ, ਕਿਉਂਕਿ ਇੱਥੇ ਫ੍ਰੀ ਇਨਕਮ ਟੈਕਸ ਫ੍ਰੀ ਹੈ। ਉੱਥੇ 25% 30% ਤੱਕ ਦੇਣਾ ਪੈਂਦਾ ਇਨਕਮ ਦਾ, ਬਿਲਕੁਲ ਸੱਚ। 30% ਉਹ ਤੁਹਾਡੇ ਜਿਵੇਂ ਇੰਡੀਆ ਸਲੈਬ ਹੈ 30% ਹਾਇਰ ਹੈ, ਉੱਥੇ 40% ਹਾਇਰ ਹੈ। ਤੇ ਤੁਸੀਂ 40% ਇਨਕਮ ਦਾ ਤੁਸੀਂ ਦਿੰਦੇ ਹੋ ਤਾਂ ਲੋਕੀ ਤੰਗ ਆ ਚੁੱਕੇ ਨੇ। ਉਹ ਕਹਿੰਦੇ ਨੇ ਅਸੀਂ ਉੱਥੇ ਇਨਵੈਸਟ ਕਰੋ ਨਾ ਜਿੱਥੇ ਸਾਨੂੰ ਪਤਾ ਹੈ ਕਿ ਮਤਲਬ ਸਾਨੂੰ ਕੋਈ ਇਨਕਮ ਹੀ ਨਹੀਂ, ਕੋਈ ਦਿੱਕਤ ਹੀ ਨਹੀਂ। ਸੋ ਤੁਹਾਡੇ ਹਿਸਾਬ ਨਾਲ ਹੁਣ ਦੁਬਈ ਇੱਕ ਬੈਸਟ ਆਪਸ਼ਨ ਹੈ ਜੇ ਕਿਸੇ ਨੇ ਆਪਣੀ ਹਾਰਡ ਐਂਡ ਮਨੀ ਉੱਥੇ ਲਾਉਣੀ ਹੈ। ਐਗਜ਼ੈਕਟਲੀ ਐਂਡ ਯੂ ਕੈਨ ਪ੍ਰੂਵ ਇਟ। ਠੀਕ ਹੈ ਜੀ, ਠੀਕ ਹੈ। ਸੋ ਗੱਲ ਫਿਰ ਉਹੀ ਹੈ ਕਿ ਰੀਅਲ ਸਟੇਟ ਦੇ ਵਿੱਚ ਹੁਣ ਬੂਮ ਆ ਰਿਹਾ, ਖਾਸ ਕਰ ਜੇ ਦੁਬਈ ਦੀ ਗੱਲ ਕਰੀਏ। ਫਿਰ ਉਹੀ ਗੱਲ ਵੀ ਦੁਬਈ ਪ੍ਰਾਪਰਟੀਜ਼, ਜੀਜੂ, ਦਨਿਊਬ ਹੈ, MR ਹੈ, ਸ਼ੋਭਾ ਰਿਐਲਿਟੀ ਹੈ। ਸੋ ਅਜੇ ਹੋਰ ਕਈ ਬਿਲਡਰਸ ਨੇ, ਕਈ ਪ੍ਰੋਜੈਕਟਸ ਨੇ ਵਧੀਆ ਜਿਹੜੇ ਦੁਬਈ ਨੂੰ 4 ਚੰਨ ਲਗਾ ਰਹੇ ਆ। ਜੇ ਤੁਸੀਂ ਵੀ ਆਪ ਦੇ ਲੱਖਾਂ ਕਰੋੜਾਂ ਰੁਪਏ ਇਨਵੈਸਟ ਕਰਨਾ ਚਾਹੁੰਦੇ ਹੋ, ਕਰੋੜਾਂ ਲਾ ਕੇ ਉਹਨੂੰ ਅਰਬਾਂ 'ਚ ਬਣਾਉਣਾ ਚਾਹੁੰਦੇ ਹੋ, ਅਲੱਗ-ਅਲੱਗ ਤੁਸੀਂ ਹੋਰ ਆਪਣੇ ਪ੍ਰਾਪਰਟੀਜ਼ ਨਾਮ ਤੇ ਰੱਖਣਾ ਚਾਹੁੰਦੇ ਹੋ ਤਾਂ ਕਿ ਤੁਹਾਡਾ ਫਿਊਚਰ ਸੇਵ ਰਵੇ, ਤੁਹਾਨੂੰ ਰਿਟਰਨ ਔਨ ਇਨਵੈਸਟਮੈਂਟ ਜਿਹੜੀ ਹੁੰਦੀ ਹੈ ਉਹ ਚੰਗੀ ਆਉਂਦੀ ਰਵੇ, ਤਾਂ ਜੀ ਹਾਂ, ਦੁਬਈ ਇਜ਼ ਦਾ ਬੈਸਟ ਆਪਸ਼ਨ ਫॉर ਯੂ। ਕੈਮਰਾਮੈਨ ਗੌਤਮ ਦੇ ਨਾਲ ਨਵਪ੍ਰੀਤ ਸਿੰਘ ਬੇਦੀ, ਲੁਧਿਆਣਾ ਲਾਈਵ ਨਿਊਜ਼।